ਹੁਣ ਆਪਾਂ ਸਿੱਧੇ ਇੱਕ ਲੋਕ ਮਸਲੇ ਵੱਲ ਜਾਣਾ ਹੈ। ਮੈਡਮ ਕਮਲਜੀਤ ਕੌਰ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਦਾ ਮੁੱਦਾ, ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਬੱਚੇ ਪੜ੍ਹਨਾ ਚਾਹੁੰਦੇ ਆ ਪਰ ਉਹ ਪੜ੍ਹਨਗੇ ਤਾਂ ਜੇ ਉੱਥੇ ਅਸਾਮੀਆਂ ਜਿਹੜੀਆਂ ਉਹ ਭਰੀਆਂ ਹੋਣਗੀਆਂ। ਜੇ ਅਸਾਮੀਆਂ ਖਾਲੀ ਹੋਣਗੀਆਂ ਤਾਂ ਫਿਰ ਉਹ ਪੜ੍ਹਨਗੇ ਕਿੱਦਾਂ, ਤੇ ਜੇ ਅਸਾਮੀਆਂ ਭਰੀਆਂ ਵੀ ਹੋਣਗੀਆਂ ਤਾਂ ਪੱਕੇ ਪੂਰੀ ਤਰ੍ਹਾਂ ਪੂਰੀ ਤਨਖਾਹ ਦੇ ਉੱਤੇ ਫੁੱਲ ਕੁਆਲੀਫਾਈਡ ਅਧਿਆਪਕ ਰੱਖੇ ਹੋਣ, ਅਸਿਸਟੈਂਟ ਪ੍ਰੋਫੈਸਰ ਰੱਖੇ ਹੋਣ ਤਾਂ ਫਿਰ ਨਿੱਜੀ ਕਾਲਜਾਂ ਦੇ ਵਿੱਚ, ਨਿੱਜੀ ਯੂਨੀਵਰਸਿਟੀਆਂ ਦੇ ਵਿੱਚ ਵੱਧ ਪੈਸੇ ਖਰਚ ਕੇ ਧੱਕੇ ਖਾਣ ਦੀ ਲੋੜ ਜਿਹੜੀ ਹੈ ਸ਼ਾਇਦ ਨਾ ਮਹਿਸੂਸ ਹੋਵੇ। ਕਮਲਜੀਤ ਕੌਰ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਮਲਜੀਤ ਕੌਰ ਜੀ, ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਕਿਉਂਕਿ ਮੈਂ ਖੁਦ ਸਰਕਾਰੀ ਕਾਲਜ ਦੇ ਵਿੱਚ ਪੜ੍ਹਿਆ, ਹੁਣ ਉੱਥੋਂ ਦੀਆਂ ਭਰਤੀਆਂ ਦਾ ਮਸਲਾ ਜਿਹੜਾ ਪਿਛਲੀ ਸਰਕਾਰ ਦੇ ਵੇਲੇ ਦਾ ਪੈਂਡਿੰਗ ਹੈ, ਤੁਸੀਂ ਇਹ ਜ਼ਰੂਰ ਦੱਸਿਓ ਕਿ ਗੱਲ ਕਿੱਥੇ ਕੁ ਖੜੀ ਹੈ। ਭਰਤੀ ਪ੍ਰਕਿਰਿਆ ਸ਼ੁਰੂ ਹੋਈ ਸੀ, ਕੀ ਮੁਕੰਮਲ ਹੋ ਗਈ? ਤੁਸੀਂ ਖੁਦ ਉਸ ਭਰਤੀ ਪ੍ਰਕਿਰਿਆ ਦਾ ਜਿਹੜਾ ਹਿੱਸਾ ਬਣੇ ਸੀ, ਇਸ ਵੇਲੇ ਕੇਸ ਤੁਹਾਡਾ ਕਿੱਥੇ ਖੜਾ ਜੀ? ਪਰਮਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਤੇ ਤੁਹਾਡੀ ਸਾਰੀ ਟੀਮ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ 1158 ਭਰਤੀ ਦੇ ਮੁੱਦੇ ਤੇ ਮੇਰੇ ਮਾਧਿਅਮ ਰਾਹੀਂ ਗੱਲਬਾਤ ਤੁਹਾਡੇ ਚੈਨਲ ਤੇ ਰੱਖਣ ਦਾ ਮੌਕਾ ਦਿੱਤਾ। ਅਸੀਂ 1158 ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਪਿਛਲੇ 26 ਸਾਲ ਬਾਅਦ ਆਈ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਭਰਤੀ ਦੇ ਚੁਣੇ ਹੋਏ ਉਮੀਦਵਾਰ ਹਾਂ। ਪਹਿਲਾਂ ਤਾਂ ਮੈਂ ਇਹੀ ਕਹੂੰਗੀ ਕਿ ਪੰਜਾਬ ਦੀ ਇਹ ਤਰਾਸਦੀ ਹੈ ਕਿ ਪਿਛਲੇ 25 ਸਾਲਾਂ ਤੋਂ ਸਰਕਾਰਾਂ ਦੀ ਬੇਰੁਖੀ ਤੇ ਉਚੇਰੀ ਸਿੱਖਿਆ ਪ੍ਰਤੀ ਜਿਹੜੀ ਸਰਕਾਰਾਂ ਦੀ ਅਣਦੇਖੀ ਹੈ, ਉਹਦੇ ਕਾਰਨ ਪੰਜਾਬ ਦੇ ਸਾਰੇ ਹੀ ਸਰਕਾਰੀ ਕਾਲਜ ਪੱਕੇ ਪ੍ਰੋਫੈਸਰਾਂ ਤੋਂ ਵੀ ਹੋਣੇ ਨੇ। ਸਰਕਾਰੀ ਕਾਲਜ ਬਚਾਓ ਮੰਚ ਦੇ ਲਗਾਤਾਰ ਸੰਘਰਸ਼ ਤੋਂ ਬਾਅਦ ਪਿਛਲੇ ਸਮੇਂ ਦੀ ਸਰਕਾਰ ਨੇ 2021 ਦੇ ਵਿੱਚ 25 ਸਾਲ ਬਾਅਦ ਇਸ ਭਰਤੀ ਦਾ ਇਸ਼ਤਿਹਾਰ ਕੱਢਿਆ ਸੀ। ਇਸ਼ਤਿਹਾਰ ਨਿਕਲਣ ਤੋਂ ਬਾਅਦ ਇਸ ਭਰਤੀ ਦੀ ਲਿਖਤੀ ਪ੍ਰੀਖਿਆ ਹੋਈ। ਅਸੀਂ ਸਾਰੇ ਹੀ ਉਹ ਲਿਖਤੀ ਪ੍ਰੀਖਿਆ ਪਾਸ ਕਰਕੇ ਚੁਣੇ ਹੋਏ ਉਮੀਦਵਾਰ ਹਾਂ। ਲਿਖਤੀ ਪ੍ਰੀਖਿਆ ਤੋਂ ਬਾਅਦ 600 ਸਾਡੇ ਵਿੱਚੋਂ 1158 ਦੇ ਵਿੱਚੋਂ ਲਗਭਗ 608 ਦੇ ਕਰੀਬ ਉਮੀਦਵਾਰਾਂ ਨੂੰ ਉਚੇਰੀ ਸਿੱਖਿਆ ਮਹਿਕਮੇ ਦੇ ਵਿੱਚ ਬੁਲਾ ਕੇ ਸਾਡੀਆਂ ਨੋਸ਼ਨਲ ਜੁਆਇਨਿੰਗਸ ਕਰਵਾਈਆਂ ਗਈਆਂ। ਮਤਲਬ ਸਾਨੂੰ ਉੱਥੇ ਅਪਾਇੰਟਮੈਂਟ ਲੈਟਰਸ ਦਿੱਤੇ ਗਏ ਔਰ ਲੈਟਰ ਦਿੰਦੇ ਵਕਤ ਸਾਡੇ ਸਾਹਮਣੇ ਇਹ ਸ਼ਰਤ ਰੱਖੀ ਗਈ ਕਿ ਤੁਸੀਂ ਆਪਣੀਆਂ ਪਿਛਲੀਆਂ ਨੌਕਰੀਆਂ ਤੋਂ ਅਸਤੀਫਾ ਦੇ ਦਿਓ, ਕਿਉਂਕਿ ਲਿਹਾਜ਼ਾ ਅਸੀਂ ਨਵੇਂ ਮਹਿਕਮੇ ਦੇ ਵਿੱਚ ਜੁਆਇਨਿੰਗ ਕਰਨੀ ਸੀ ਤਾਂ ਪਿਛਲੀਆਂ ਨੌਕਰੀਆਂ ਤੋਂ ਅਸਤੀਫਾ ਦੇਣਾ ਵੀ ਬਣਦਾ ਸੀ। ਅਸਤੀਫਾ ਦੇਣ ਸਾਡੇ ਵਿੱਚੋਂ ਜਿੰਨੇ ਵੀ ਸੈਂਕੜੇ ਉਮੀਦਵਾਰ ਨੇ ਉਹਨਾਂ ਸਾਰਿਆਂ ਨੇ ਪਿਛਲੀਆਂ ਨੌਕਰੀਆਂ ਤੋਂ ਅਸਤੀਫਾ ਦਿੱਤਾ ਤੇ ਇਸ ਭਰਤੀ ਦੇ ਵਿੱਚ ਜੁਆਇਨ ਕੀਤਾ। ਪਰ ਇਸ ਦੇ ਦੌਰਾਨ ਹੀ ਕੁਝ ਲੋਕ ਜਿਹੜੇ ਹੈਗੇ ਉਹ ਕੋਰਟ 'ਚ ਚਲੇ ਗਏ ਕਿਉਂਕਿ ਉਹਨਾਂ ਨੂੰ ਲੱਗਾ ਕਿ ਇਸ ਭਰਤੀ ਦੇ ਵਿੱਚ ਕੁਝ ਤਕਨੀਕੀ ਖਾਮੀਆਂ ਨੇ ਔਰ 3 ਦਸੰਬਰ ਤੋਂ ਇਸ ਮਸਲੇ ਤੇ ਮਾਣਯੋਗ ਹਾਈ ਕੋਰਟ ਨੇ ਸਟੇ ਲਗਾਈ ਹੈ ਔਰ ਉਦੋਂ ਤੋਂ ਹੀ ਇਹ ਮਸਲਾ ਜਿਹੜਾ ਹਾਈ ਕੋਰਟ ਦੇ ਵਿੱਚ ਲਟਕ ਰਿਹਾ ਹੈ। ਮੈਂ ਇੱਥੇ ਇਹ ਗੱਲ ਜ਼ਰੂਰ ਸਪਸ਼ਟ ਕਰੂੰਗੀ ਕਿ ਚਾਹੇ ਕੁਝ ਲੋਕ ਤਕਨੀਕੀ ਖਾਮੀਆਂ ਦੇ ਨਾਮ ਤੇ ਕੋਰਟ 'ਚ ਗਏ ਨੇ, ਇਸ ਭਰਤੀ ਤੇ 100 ਤੋਂ ਵੀ ਜ਼ਿਆਦਾ ਰਿਟ ਪਟੀਸ਼ਨਾਂ ਦਾਇਰ ਨੇ, ਪਰ ਇਸ ਭਰਤੀ ਦੇ ਵਿੱਚ ਇਸ ਭਰਤੀ ਉੱਪਰ ਘਪਲੇ ਦੀ ਕੋਈ ਰਿਟ ਨਹੀਂ ਹੈਗੀ ਔਰ ਇਹ ਭਰਤੀ ਜਿਹੜੀ ਹੈਗੀ ਆ ਨਿਰੋਲ ਮੈਰਿਟ ਦੇ ਆਧਾਰ ਤੇ ਬਹੁਤ ਹੀ ਸਾਫ਼ ਸੁਥਰੇ ਤਰੀਕੇ ਨਾਲ ਹੋਈ ਆ ਔਰ ਅਸੀਂ ਸਾਰੇ ਹੀ 1158 ਉਮੀਦਵਾਰ ਲਿਖਤੀ ਪ੍ਰੀਖਿਆ ਪਾਸ ਕਰਕੇ ਆਏ ਆ। ਸਾਰੇ ਉਮੀਦਵਾਰ UGC ਦੀਆਂ ਸ਼ਰਤਾਂ ਦੇ ਅਨੁਸਾਰ ਉੱਚ ਯੋਗਤਾ ਪ੍ਰਾਪਤ ਨੇ। ਸੈਂਕੜੇ ਉਮੀਦਵਾਰ PhD ਨੇ, ਸੈਂਕੜੇ ਉਮੀਦਵਾਰ MPhil ਨੇ, PhD ਕਰ ਰਹੇ ਨੇ। UGC ਦੀਆਂ ਸ਼ਰਤਾਂ ਦੇ ਅਨੁਸਾਰ ਨੈਸ਼ਨਲ ਐਲੀਜੀਬਿਲਿਟੀ ਟੈਸਟ ਪਾਸ ਆ। ਉੱਚੀਆਂ ਸੰਸਥਾਵਾਂ ਤੋਂ ਯੋਗਤਾ ਪ੍ਰਾਪਤ ਕਰਕੇ ਆਏ ਨੇ। ਗੋਲਡ ਮੈਡਲਿਸਟ ਵੀ ਨੇ ਕਈ ਕੈਂਡੀਡੇਟ ਤੇ ਸਾਰੇ ਹੀ ਉਮੀਦਵਾਰਾਂ ਨੇ ਟੀਚਿੰਗ ਦੇ ਵਿੱਚ ਕਈ ਸਾਲਾਂ ਦੇ ਤਜਰਬੇ ਨੂੰ ਸੰਭਿਆ ਹੋਇਆ ਹੈ। ਅੱਛਾ ਕਮਲਜੀਤ ਜੀ, ਮੈਨੂੰ ਇੱਕ ਚੀਜ਼ ਮੈਨੂੰ ਦੱਸਿਓ ਇੱਥੇ ਜ਼ਰੂਰ ਕਿ ਜੇ ਮੈਂ ਤੁਹਾਡੇ ਤੋਂ ਹੀ ਪੁੱਛਣਾ ਹੋਵੇ, ਕਿਉਂਕਿ ਅਸੀਂ ਤੁਹਾਡੇ ਵਾਲੇ ਕੇਸ ਨੂੰ ਲੈ ਲੈਂਦੇ ਹਾਂ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਹੁਣ ਤੱਕ ਦੀ? ਦੇਖੋ ਜੀ, ਮੇਰਾ ਜਿਹੜਾ ਵਿਸ਼ਾ ਹੈ ਉਹ ਕੰਪਿਊਟਰ ਸਾਇੰਸ ਹੈ ਤੇ ਕੰਪਿਊਟਰ ਸਾਇੰਸ ਦੇ ਵਿੱਚ ਮੈਂ MPhil ਕੀਤੀ ਹੋਈ ਆ, ਨੈਟ ਮੈਂ ਕੁਆਲੀਫਾਈਡ ਹਾਂ ਤੇ ਇਸ ਟਾਈਮ ਮੈਂ PhD ਕਰ ਰਹੀ ਹਾਂ। ਠੀਕ ਹੈ ਜੀ। ਅੱਛਾ ਕਮਲਜੀਤ ਜੀ, ਇੱਕ ਮੈਨੂੰ ਇਹ ਜ਼ਰੂਰ ਦੱਸਿਓ ਕਿ ਜਦੋਂ ਤੁਸੀਂ ਜਿੱਥੇ ਪਹਿਲਾਂ ਪੜ੍ਹਾਉਂਦੇ ਸੀ ਉੱਥੋਂ ਨੌਕਰੀ ਜਿਹੜੀ ਉਹ ਛੱਡ ਦਿੱਤੀ ਕਿਉਂਕਿ ਸਰਕਾਰੀ ਨੌਕਰੀ ਲੈਣ ਦੀ ਇਹ ਸ਼ਰਤ ਸੀ, ਉਹਦੇ ਤੋਂ ਬਾਅਦ ਜਦੋਂ ਕੰਮ ਠੱਪ ਪੈ ਗਿਆ, ਇਹਦਾ ਮਤਲਬ ਹੈ ਕਿ ਪਿਛਲੀ ਜਿਹੜੀ ਪਹਿਲੀ ਨੌਕਰੀ ਕਰਦੇ ਸੀ ਉਹਦੇ ਤੋਂ ਵੀ ਗਏ ਤੇ ਅਗਲੀ ਭਰਤੀ ਜਿਹੜੀ ਉਹ ਅੱਧ ਵਿਚਾਲੇ ਰੋਕੀ, ਇੱਥੇ ਕੰਮ ਅੜਿਆ ਪਿਆ ਜੀ? ਹਾਂਜੀ ਬਿਲਕੁਲ ਜੀ, ਕਿਉਂਕਿ ਜਦੋਂ ਅਸੀਂ ਮਹਿਕਮੇ ਦੇ ਵਿੱਚ ਜੁਆਇਨਿੰਗ ਕੀਤੀ ਆ ਤਾਂ ਸਾਡੇ ਸਾਹਮਣੇ ਸ਼ਰਤ ਇਹੀ ਰੱਖੀ ਗਈ ਸੀ ਕਿ ਤੁਸੀਂ ਆਪਣੀਆਂ ਨੌਕਰੀਆਂ ਤੋਂ, ਪਹਿਲੀਆਂ ਨੌਕਰੀਆਂ ਤੋਂ ਅਸਤੀਫਾ ਦਿਓ। ਅਸੀਂ ਸੈਂਕੜੇ ਉਮੀਦਵਾਰਾਂ ਨੇ ਆਪਣੀਆਂ ਕੱਚੀਆਂ, ਅਰਧ ਸਰਕਾਰੀ, ਪੱਕੀਆਂ ਪ੍ਰਾਈਵੇਟ ਨੌਕਰੀਆਂ ਛੱਡੀਆਂ ਨੇ। ਬਹੁਤ ਸਾਰੇ ਉਮੀਦਵਾਰ ਨੇ ਜਿਨ੍ਹਾਂ ਨੇ ਆਪਣੀਆਂ PhD ਦੀਆਂ ਫੈਲੋਸ਼ਿਪਸ ਛੱਡੀਆਂ ਨੇ ਔਰ ਉਹ ਸਾਰੀਆਂ ਨੌਕਰੀਆਂ
ਸਾਰੇ ਉਮੀਦਵਾਰਾਂ ਨੇ ਨੌਕਰੀ ਛੱਡ ਕੇ ਇਸ ਨੌਕਰੀ ਨੂੰ ਜੁਆਇਨ ਕੀਤਾ ਹੈ ਤੇ ਹੁਣ ਸਾਡੇ ਕੋਲ ਨਾ ਤਾਂ ਪਿਛਲੀ ਨੌਕਰੀ ਆ ਤੇ ਨਾ ਹੀ ਕੋਈ ਅਗਲੀ ਨੌਕਰੀ ਦਾ ਜਿਹੜਾ ਥੋ ਪਤਾ ਲੱਗ ਰਿਹਾ। ਪਿਛਲੇ 6 ਮਹੀਨਿਆਂ ਤੋਂ ਅਸੀਂ ਬਿਨਾਂ ਤਨਖਾਹਾਂ ਤੋਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਾਂ ਤੇ ਸਾਡਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਹੋ ਰਿਹਾ। ਅੱਛਾ ਕਮਲਜੀਤ ਜੀ, ਇੱਕ ਚੀਜ਼ ਮੈਨੂੰ ਹੋਰ ਜ਼ਰੂਰ ਦੱਸਿਓ ਕਿ ਜੇ 1158 ਭਰਤੀਆਂ ਮੁਕੰਮਲ ਹੋ ਜਾਂਦੀਆਂ, ਇਹਦੇ ਬਾਵਜੂਦ ਵੀ ਸਰਕਾਰੀ ਕਾਲਜਾਂ ਦੇ ਵਿੱਚ ਕੋਈ ਪੋਸਟਾਂ ਖਾਲੀ ਰਹਿ ਜਾਣੀਆਂ ਕਿ ਸਾਰੀਆਂ ਭਰ ਜਾਣੀਆਂ ਜੀ ਫਿਰ? ਦੇਖੋ 1990 ਦੇ ਵਿੱਚ 1873 ਪੋਸਟਾਂ ਜਿਹੜੀਆਂ ਉਹ ਸੈਂਕਸ਼ਨ ਕੀਤੀਆਂ ਗਈਆਂ ਸੀ। ਇੱਥੇ ਮੈਂ ਇਹ ਚੀਜ਼ ਜ਼ਰੂਰ ਦੱਸਣਾ ਚਾਹੂੰਗੀ ਕਿ 1990 ਤੋਂ ਬਾਅਦ ਕੀ ਪੰਜਾਬ ਦੇ ਦੀ ਜਿਹੜੀ ਆਬਾਦੀ ਆ ਉਹ ਨਹੀਂ ਵਧੀ? ਕਿ ਹੋਰ ਪੋਸਟਾਂ ਸੈਂਕਸ਼ਨ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਸਰਕਾਰੀ ਕਾਲਜਾਂ ਨੂੰ? ਬਿਲਕੁਲ, ਜੇ ਇਹ ਭਰਤੀ ਬਚਦੀ ਆ ਜਾਂ ਇਹ ਭਰਤੀ ਸਿਰੇ ਚੜ੍ਹਦੀ ਆ ਤਾਂ 1873 ਪੋਸਟਾਂ ਸੈਂਕਸ਼ਨ ਕੀਤੀਆਂ ਹੋਈਆਂ। 1158 ਦੀ ਭਰਤੀ ਹੋਣ ਤੋਂ ਬਾਅਦ ਵੀ ਸਾਡੇ ਕੋਲ ਬਹੁਤ ਜਿਹੜਾ ਹੈਗਾ ਸਕੋਪ ਹੈਗਾ ਕਿ ਅਸੀਂ ਸਰਕਾਰੀ ਕਾਲਜਾਂ ਦੇ ਵਿੱਚ ਨਵੇਂ ਕੋਰਸ ਜੇ ਸਰਕਾਰ ਸ਼ੁਰੂ ਕਰਦੀ ਆ, ਨਵੇਂ ਵਿਸ਼ੇ ਸ਼ੁਰੂ ਕਰਦੀ ਆ ਜਾਂ ਹੋਰ ਸਰਕਾਰੀ ਕਾਲਜ ਆ ਜਿਹੜੇ ਉਹ ਖੋਲ੍ਹਦੀ ਆ ਤਾਂ ਉੱਥੇ ਰੁਜ਼ਗਾਰ ਦੇ ਨਵੇਂ ਮੌਕੇ ਜ਼ਰੂਰ ਪੈਦਾ ਕੀਤੇ ਜਾ ਸਕਦੇ ਨੇ ਸਾਰੀ ਪੰਜਾਬ ਦੀ ਨੌਜਵਾਨੀ ਵਾਸਤੇ। ਠੀਕ ਹੈ ਜੀ, ਜਦੋਂ ਦੀ ਨਵੀਂ ਸਰਕਾਰ ਬਣੀ ਆ ਕਿ ਕਿਉਂਕਿ ਅਦਾਲਤ ਦੇ ਵਿੱਚ ਮਸਲਾ ਹੈ, ਕੀ ਸਰਕਾਰ ਤੱਕ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ? ਕਿਸੇ ਨੂੰ ਮੰਗ ਪੱਤਰ ਦਿੱਤਾ ਹੋਵੇ ਜਾਂ ਇਦਾਂ ਦਾ ਕੋਈ ਮਸਲਾ ਜੀ? ਹਾਂਜੀ ਬਿਲਕੁਲ, ਅਸੀਂ ਜਦੋਂ ਪੁਰਾਣੀ ਸਰਕਾਰ ਵੀ ਸੀ ਜਦੋਂ ਉਸ ਟਾਈਮ ਵੀ ਔਰ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣੀ ਆ, ਅਸੀਂ ਲਗਾਤਾਰ ਇਹਨਾਂ ਦੇ ਐਮਐਲਏਸ ਨੂੰ ਮੰਗ ਪੱਤਰ ਦੇ ਰਹੇ ਹਾਂ। ਇਹਨਾਂ ਦੇ ਡੀਸੀ ਆਫਿਸਿਸ ਦੇ ਵਿੱਚ ਜਾ ਕੇ ਅਸੀਂ ਆਪਣੀ ਗੱਲ ਰੱਖਣ ਦਾ ਯਤਨ ਕਰ ਰਹੇ ਹਾਂ, ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਸਿੱਖਿਆ ਮੰਤਰੀ ਜੀ ਨੂੰ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਆ ਪਰ ਹਜੇ ਤੱਕ ਉਹਨਾਂ ਦਾ ਸਮਾਂ ਜਿਹੜਾ ਉਹਨਾਂ ਦੀ ਸਾਨੂੰ ਮਿਲਣ ਦਾ ਨਹੀਂ ਦਿੱਤਾ। ਸੋ ਸਾਡੀ ਸਰਕਾਰ ਤੋਂ ਪੁਰਜ਼ੋਰ ਮੰਗ ਇਹੀ ਹੈ ਕਿ ਇਸ ਭਰਤੀ ਦੀ ਸੁਹਿਰਦਤਾ ਨਾਲ ਹਾਈ ਕੋਰਟ ਦੇ ਵਿੱਚ ਪੈਰਵਾਈ ਕੀਤੀ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨਾਂ ਦਾ ਮੁੱਖ ਏਜੰਡਾ ਹੀ ਸਿਹਤ ਤੇ ਸਿੱਖਿਆ ਸੀ। ਤਾਂ ਸਾਡੀ ਅਪੀਲ ਇਹੀ ਆ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵੱਲ ਵੀ ਧਿਆਨ ਦਿੱਤਾ ਜਾਵੇ। ਪੰਜਾਬ ਦੀ ਉਚੇਰੀ ਸਿੱਖਿਆ ਨੂੰ ਪਿਛਲੇ ਸਮੇਂ ਦੀਆਂ ਸਰਕਾਰਾਂ ਤੋਂ ਵੀ ਜਿਹੜਾ ਘਾਤ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਉਹਨੂੰ ਤਬਾਹੀ ਦੇ ਕਿਨਾਰੇ ਤੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਦੇ ਵੱਲ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਸੁਹਿਰਦ ਹੋ ਕੇ ਸੋਚੇ ਤੇ ਸਾਡੀ ਭਰਤੀ ਵੱਲ ਵੀ ਸੁਹਿਰਦ ਹੋ ਕੇ ਇਹਦੀ ਹਾਈ ਕੋਰਟ 'ਚ ਪੈਰਵਾਈ ਕੀਤੀ ਜਾਵੇ। ਹਾਈ ਕੋਰਟ ਦੇ ਵਿੱਚ ਮੈਂ ਇੱਕ ਚੀਜ਼ ਤੁਹਾਡੇ ਤੋਂ ਹੋਰ ਪੁੱਛਣੀ ਹੈ ਕਿ ਮੰਨ ਲਓ ਭਰਤੀ ਮੁਕੰਮਲ ਹੋ ਜਾਂਦੀ ਹੈ, ਟੀਚਾ ਜਿਹੜਾ ਤੁਹਾਡੇ ਸਾਰੇ 1158 ਬੰਦੇ ਨੇ, ਤੁਸੀਂ ਟੀਚਾ ਇੱਕ ਤਾਂ ਇਹ ਹੁੰਦਾ ਕਿ ਭਾਈ ਠੀਕ ਹੈ ਹੁਣ ਸਰਕਾਰੀ ਕਾਲਜ ਦੇ ਵਿੱਚ ਭਰਤੀ ਹੋ ਜਾਾਂਗੇ, 3-4 ਲੈਕਚਰ ਲੈਣੇ, ਉਸ ਤੋਂ ਬਾਅਦ ਘਰੇ ਵਾਪਸ ਆ ਜਾਣਾ, ਜਾਂ ਫਿਰ ਕਿਉਂਕਿ ਸਰਕਾਰੀ ਕਾਲਜ 'ਚ ਬੱਚੇ ਉਹ ਆਉਣੇ ਆ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਹੋਣੇ ਆ, ਜਿਨ੍ਹਾਂ ਨੂੰ ਬਹੁਤ ਸਾਰੀ ਹੱਲਾਸ਼ੇਰੀ ਦੇਣ ਦੀ ਲੋੜ ਹੋਣੀ ਆ, ਜਿਨ੍ਹਾਂ ਨੂੰ ਹੋ ਸਕਦਾ ਹੈ ਕਿ ਉਹਨਾਂ ਦਾ ਬੇਸ ਬਹੁਤਾ ਜ਼ਿਆਦਾ ਮਜ਼ਬੂਤ ਐਜੂਕੇਸ਼ਨ ਦਾ ਨਾ ਹੋਵੇ। ਉਹ ਵੀ ਚੀਜ਼ਾਂ ਮਨ ਦੇ ਵਿੱਚ ਰਹਿੰਦੀਆਂ ਕਿ ਨਹੀਂ ਭਾਈ ਅਸੀਂ ਵਧੀਆ ਪੜਾਵਾਂਗੇ, ਭਾਵੇਂ ਅੱਧਾ ਪੌਣਾ ਘੰਟਾ ਉੱਥੇ ਫਾਲਤੂ ਵੀ ਪੜ੍ਹਾ ਕੇ ਆਉਣਾ ਪਵੇ ਜਾਂ ਸਾਨੂੰ ਪ੍ਰੈਕਟੀਕਲੀ ਉਹਨਾਂ ਨੂੰ ਬੱਚਿਆਂ ਨੂੰ ਵੱਧ ਤਰੀਕੇ ਨਾਲ ਦੱਸਣਾ ਪਵੇ, ਕਿਉਂਕਿ ਕਈ ਵਾਰੀ ਹੋਰ ਤਰ੍ਹਾਂ ਦਾ ਅਕਸ ਹੁੰਦਾ ਇੱਕ ਸਰਕਾਰੀ ਨੌਕਰੀ ਕਰਨ ਦਾ। ਇਹ ਚੀਜ਼ਾਂ ਮਨ 'ਚ ਤਾਂ ਨਹੀਂ ਜੀ, ਬਿਲਕੁਲ। ਅਸੀਂ ਜਿੰਨੇ ਵੀ 1158 ਉਮੀਦਵਾਰਾਂ ਜਾਂ ਮੈਂ ਆਪਣੀ ਹੀ ਗੱਲ ਕਰਾਂ ਜਾਂ ਬਾਕੀ ਸਾਥੀਆਂ ਦੀ ਗੱਲ ਕਰਾਂ, ਸਾਡੇ ਮਨ 'ਚ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਕਿ ਅਸੀਂ ਸਰਕਾਰੀ ਕਾਲਜਾਂ 'ਚ ਜਾ ਕੇ ਉੱਥੇ ਬੈਠ ਕੇ ਆਉਣਾ ਜਾਂ ਉੱਥੇ ਪੜ੍ਹਾਉਣਾ ਨਹੀਂ ਹੈਗਾ। ਬਲਕਿ ਜੇ ਤੁਸੀਂ ਦੇਖੋ ਤਾਂ ਪਿਛਲੇ ਬਹੁਤ ਸਾਰੇ ਸਮੇਂ ਤੋਂ ਜੇ ਆਪਾਂ ਵੈਸੇ ਹੀ ਸਰਕਾਰੀ ਉਚੇਰੀ ਸਿੱਖਿਆ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁੱਲ ਸਿਰਫ 48 ਕਾਲਜ ਨੇ ਤੇ ਪੰਜਾਬ ਦੀ ਆਬਾਦੀ ਹੈ ਜਿਹੜੀ 3.5 ਕਰੋੜ ਆ। ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਨਾ ਵਿਰੋਧੀ ਪਾਰਟੀਆਂ ਨੇ ਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਨੇ ਉਚੇਰੀ ਸਿੱਖਿਆ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕੀਤੀ। ਸਰਕਾਰੀ ਕਾਲਜਾਂ ਦਾ ਜਿਹੜਾ ਪ੍ਰਬੰਧ ਆ ਜਾਂ ਉਹਨਾਂ ਦੀ ਜਿਹੜੀ ਹਾਲਤ ਆ ਦਿਨ ਦਿਨ ਬੱਤਰ ਹੋ ਰਹੀ ਆ, ਉੱਥੇ ਇਮਾਰਤਾਂ ਰੈਨੋਵੇਟ ਨਹੀਂ ਹੈਗੀਆਂ, ਉੱਥੇ ਲੈਬੋਰਟਰੀਜ਼ ਨਹੀਂ ਹੈਗੀਆਂ, ਰਿਸਰਚ ਐਂਡ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਹੈਗੀ, ਉੱਥੇ ਸਹੂਲਤਾਂ ਨਹੀਂ ਹੈਗੀਆਂ, ਹੋਰ ਸਿੱਖਿਆ ਸਹੂਲਤਾਂ ਨਹੀਂ ਹੈਗੀਆਂ। ਇਸੇ ਕਰਕੇ ਵਿਦਿਆਰਥੀ ਆ ਜਿਹੜੇ ਉਹ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਨ ਦੀ ਬਜਾਏ ਪ੍ਰਾਈਵੇਟ ਇੰਸਟੀਟਿਊਸ਼ਨਸ ਨੂੰ ਪਹਿਲ ਦਿੰਦੇ ਨੇ। ਉਹਨਾਂ ਨੂੰ ਪ੍ਰਾਈਵੇਟ ਸੰਸਥਾਨਾਂ ਦੇ ਵਿੱਚ ਜ਼ਿਆਦਾ ਖਰਚੇ, ਜ਼ਿਆਦਾ ਮਹਿੰਗੀਆਂ ਫੀਸਾਂ ਦੇ ਕੇ ਪੜ੍ਹਨਾ ਪੈਂਦਾ ਜਾਂ ਫਿਰ ਬੱਚੇ ਵਿਦੇਸ਼ਾਂ ਵੱਲ ਭੱਜਦੇ ਨੇ। ਸਾਡਾ ਮੁੱਖ ਮੰਤਵ ਇਹੀ ਆ ਕਿ ਅਗਰ ਸਾਡੀ ਜਿਹੜੀ ਇਹ ਭਰਤੀ ਆ ਉਹ ਕੱਲਾ ਸਿਰਫ ਰੁਜ਼ਗਾਰ ਦਾ ਮਸਲਾ ਨਹੀਂ ਹੈਗਾ। ਸਰਕਾਰੀ ਕਾਲਜਾਂ ਦੇ ਵਿੱਚ ਜਿਹੜਾ ਉਚੇਰੀ ਸਿੱਖਿਆ ਦਾ ਜੋ ਪ੍ਰਬੰਧ ਚੱਲ ਰਿਹਾ ਉਹਨੂੰ ਅੱਗੇ ਉਹਨਾਂ ਪ੍ਰਬੰਧਾਂ 'ਚ ਸਾਰੇ ਪ੍ਰਬੰਧਾਂ 'ਚ ਸੁਧਾਰ ਕਰਨੇ ਤੇ ਉਹਨਾਂ ਪ੍ਰਬੰਧਾਂ ਦੇ ਵਿੱਚ ਸੁਧਾਰ ਕਰਕੇ ਉਚੇਰੀ ਸਿੱਖਿਆ ਨੂੰ ਪੰਜਾਬ ਦੇ ਮਿਹਨਤਕਸ਼ ਤੇ ਗਰੀਬ ਤੇ ਪਛੜੇ ਵਰਗ ਦੇ ਵਿਦਿਆਰਥੀ ਤੱਕ ਪਹੁੰਚਾਉਣਾ, ਇਹ ਸਾਡਾ ਮੁੱਖ ਮੰਤਵ ਹੈ ਜੀ। ਕਮਲਜੀਤ ਜੀ, ਆਖਰੀ ਗੱਲ ਮੈਂ ਇੱਕ ਤੁਹਾਡੇ ਨਾਲ ਜਿਹੜੀ ਕਰਨੀ ਹੈ, ਹੋ ਸਕਦਾ ਕਿ ਤੁਹਾਡੀ ਜਥੇਬੰਦੀ ਬਕਾਇਦਾ ਬਣੀ ਹੋਈ ਆ, ਤੁਹਾਡੇ ਅਧਿਕਾਰ ਖੇਤਰ 'ਚ ਹੈ ਜਾਂ ਨਹੀਂ ਹੈ, ਕਈ ਵਾਰੀ ਮਸਲਾ ਨਿਬੇੜਨਾ ਵੀ ਹੁੰਦਾ ਨਾ ਅੱਧ ਵਿਚਾਲੇ ਜਾ ਕੇ, ਕਿਉਂਕਿ ਕੁਝ ਜਿਹੜੇ ਪਹਿਲਾਂ ਤੋਂ ਉਹਨਾਂ ਕਾਲਜਾਂ ਦੇ ਵਿੱਚ ਗੈਸਟ ਫੈਕਲਟੀ ਜਾਂ ਹੋਰ ਕਿਸੇ ਨਾਂ ਦੇ ਹੇਠ ਜਿਹੜੇ ਪੜ੍ਹਾ ਰਹੇ ਨੇ ਅਧਿਆਪਕ, ਉਹਨਾਂ ਦੇ ਵਿੱਚੋਂ ਕਈ ਹੋ ਸਕਦਾ ਕਿ ਕੁਆਲੀਫਿਕੇਸ਼ਨ ਪੂਰੀ ਕਰਦੇ ਹੋਣ। ਕੀ ਇਦਾਂ ਦਾ ਵੀ ਕੋਈ ਸਰਕਾਰ ਨੂੰ ਸੁਜੈਸ਼ਨ ਦਿੱਤੀ ਜਾ ਸਕਦੀ ਹੈ ਕਿ ਭਾਈ ਪੋਪੂਲੇਸ਼ਨ ਵੱਧ ਗਈ ਹੈ, ਆਬਾਦੀ ਵੱਧ ਗਈ ਹੈ, ਜਿਹੜੀਆਂ
ਸੀਟਾਂ ਨੇ, ਅਸਾਮੀਆਂ ਨੇ ਮਨਜ਼ੂਰਸ਼ੁਦਾ, ਉਹਨਾਂ ਦੀ 500-700 ਗਿਣਤੀ ਵਧਾ ਦਿਓ। ਉਹਨਾਂ ਦੇ ਵਿੱਚੋਂ ਵੀ ਜਿਹੜੇ ਕੁਆਲੀਫਾਈਡ ਨੇ, ਜੇ ਕਿਤੇ ਐਡਜਸਟ ਹੁੰਦੇ ਆ ਤੁਸੀਂ ਵੀ ਐਡਜਸਟ ਹੋ ਜਾਓ, ਉਹ ਵੀ ਐਡਜਸਟ ਹੋ ਜਾਣ। ਆ ਜਿਹੜੀਆਂ ਰਿਟਾ ਰੁਟਾ ਪਈਆਂ ਇਹ ਨਿਬੜ ਜਾਣ, ਤੁਸੀਂ ਪੜ੍ਹਾਓ, ਬੱਚੇ ਪੜ੍ਹਨ, ਸਾਰਾ ਕੁਝ ਦਰੁਸਤ ਹੋ ਜਾਏ। ਬਿਲਕੁਲ ਜੀ, ਸਾਡੀ ਤਾਂ ਸਰਕਾਰ ਤੋਂ ਪੁਰਜ਼ੋਰ ਮੰਗ ਇਹੀ ਆ, ਬੇਨਤੀ ਇਹੀ ਆ ਕਿ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਸਰਕਾਰੀ ਕਾਲਜਾਂ ਦੀ ਗਿਣਤੀ ਹੀ ਘੱਟ ਆ। ਜੇ ਤੁਸੀਂ ਹਰਿਆਣੇ ਨਾਲ ਤੇ ਹਿਮਾਚਲ ਨਾਲ ਇਹਦਾ ਕੰਪੈਰੀਜ਼ਨ ਕਰੋ ਤਾਂ ਹਰਿਆਣੇ 'ਚ ਲਗਭਗ ਆਬਾਦੀ ਆ ਜਿਹੜੀ 2.5 ਕਰੋੜ ਆ, ਤੇ ਉੱਥੇ 170 ਸਰਕਾਰੀ ਕਾਲਜ ਨੇ। ਉਸੇ ਤਰ੍ਹਾਂ ਹਿਮਾਚਲ ਦੇ ਵਿੱਚ 1 ਕਰੋੜ ਦੇ ਪਿੱਛੇ 94 ਕਾਲਜ ਨੇ। ਪੰਜਾਬ ਤੋਂ ਦੁੱਗਣਾ ਅੰਕੜਾ ਹੈ, ਜਦਕਿ ਪੰਜਾਬ ਦੇ ਵਿੱਚ ਸਿਰਫ 47 ਕਾਲਜ ਨੇ। ਪਿੱਛੇ ਜੇ ਕਾਂਗਰਸ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਅਸੀਂ 50 ਨਵੇਂ ਕਾਲਜ ਖੋਲਾਂਗੇ, ਪਰ ਉਹਦੇ ਵਿੱਚੋਂ 16 ਹੀ ਖੋਲੇ ਨੇ, ਤੇ ਉਹ ਵੀ ਆਪਾਂ ਨੂੰ ਪਤਾ ਹੈ ਕਿ ਛੋਟੇ ਛੋਟੇ ਪ੍ਰਾਇਮਰੀ ਸਕੂਲਾਂ ਦੀਆਂ ਬਿਲਡਿੰਗਸ 'ਚ ਚੱਲ ਰਹੇ। ਸਰਕਾਰ ਨਵੇਂ ਕਾਲਜ ਖੋਲੇ, ਚੱਲ ਰਹੇ ਸਰਕਾਰੀ ਕਾਲਜਾਂ ਦੇ ਵਿੱਚ ਹੋਰ ਵਿਸ਼ਿਆਂ ਨੂੰ ਤੇ ਹੋਰ ਕੋਰਸਾਂ ਨੂੰ ਸ਼ੁਰੂ ਕੀਤਾ ਜਾਵੇ ਤਾਂ ਕਿ ਨਵੀਆਂ ਅਸਾਮੀਆਂ ਕ੍ਰੀਏਟ ਕੀਤੀਆਂ ਜਾ ਸਕਣ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ, ਤਾਂ ਕਿ ਸਭ ਨੂੰ, ਸਾਰੇ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਰੁਜ਼ਗਾਰ ਦਿੱਤਾ ਜਾ ਸਕੇ। ਜਿਹੜੇ ਕੱਚੇ ਅਧਿਆਪਕ ਜਾਂ ਕੰਟਰੈਕਟ ਤੇ ਕਹਿ ਦਈਏ ਜਾਂ ਐਡਹੌਕ ਤੇ ਕਹਿ ਦਈਏ, ਕਿਉਂਕਿ ਪੱਕੀਆਂ ਭਰਤੀਆਂ ਤਾਂ ਪਿਛਲੇ 26 ਸਾਲਾਂ ਤੋਂ ਕੀਤੀਆਂ ਹੀ ਨਹੀਂ, ਇਸ ਕਰਕੇ ਸਰਕਾਰੀ ਕਾਲਜਾਂ ਦੇ ਵਿੱਚ ਕੰਟਰੈਕਟ ਤੇ ਐਡਹੌਕ ਤੇ ਜਾਂ ਗੈਸਟ ਫੈਕਲਟੀ ਦੇ ਹੇਠ ਆ ਜਿਹੜੇ ਅਧਿਆਪਕ ਪੜ੍ਹਾ ਰਹੇ ਨੇ, ਉਹਨਾਂ ਨਾਲ ਵੀ ਧੱਕਾ ਹੋ ਰਿਹਾ, ਕਿਉਂਕਿ ਉਹ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਆ। ਉਹਨਾਂ ਦੀ ਤਨਖਾਹ ਜਿਹੜੀ ਸਰਕਾਰੀ ਖਜ਼ਾਨੇ ਚੋਂ ਨਹੀਂ ਆਉਂਦੀ, 8 ਮਹੀਨੇ ਉਹਨਾਂ ਤੋਂ ਕੰਮ ਲੈ ਕੇ ਬਾਕੀ ਟਾਈਮ ਲਈ ਉਹਨਾਂ ਨੂੰ ਕੱਢ ਦਿੱਤਾ ਜਾਂਦਾ। ਸੋ ਅਗਰ ਨਵੀਂ ਸਰਕਾਰ ਉਚੇਰੀ ਸਿੱਖਿਆ ਪ੍ਰਤੀ ਸੁਹਿਰਦ ਹੁੰਦੀ ਆ, ਇਸ ਪ੍ਰਬੰਧ ਨੂੰ ਬਦਲਦੀ ਆ, ਇਸ ਪ੍ਰਬੰਧ ਵੱਲ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੀ ਆ, ਤਾਂ ਬਿਲਕੁਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਤੇ ਸਾਰਿਆਂ ਦੇ ਨਾਲ ਹੀ ਨਿਆਂ ਹੋਊਗਾ। ਅੱਛਾ ਕਮਲਜੀਤ ਜੀ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਕੀ ਲੱਗਦਾ ਹੈ ਇਸ ਵੇਲੇ ਕਿ ਤੁਸੀਂ ਕੰਪਿਊਟਰ ਸਾਇੰਸ ਤੁਹਾਡਾ ਜਿਹੜਾ ਉਹ ਸਬਜੈਕਟ ਹੈ, ਸਰਕਾਰੀ ਕਾਲਜ ਜੇ ਕਿਤੇ ਚੱਕਰ ਵੱਜਾ ਹੋਵੇ ਜਾਂ ਕਈ ਵਾਰੀ ਡਿਪਾਰਟਮੈਂਟ ਦੇ ਨਾਲ ਸੰਬੰਧ ਤਾਂ ਹੁੰਦਾ ਹੀ ਆ, ਕੋਈ ਪਹਿਲਾਂ ਉੱਥੇ ਪੜ੍ਹਾ ਰਿਹਾ, ਕੰਪਿਊਟਰ ਸਾਇੰਸ ਦੇ ਜੇ ਅਸਿਸਟੈਂਟ ਪ੍ਰੋਫੈਸਰ ਵਜੋਂ ਤੁਹਾਡੀ ਨਿਯੁਕਤੀ ਉੱਥੇ ਹੋ ਜਾਂਦੀ ਹੈ, ਕਿੰਨਾ ਕੁ ਪ੍ਰੈਕਟੀਕਲੀ ਪੋਸੀਬਲ ਹੋਊਗਾ ਕਿ ਉੱਥੇ ਲੈਬੋਰਟਰੀ ਉਹਨੇ ਕੰਪਿਊਟਰ ਜਾਂ ਸਾਰੀਆਂ ਚੀਜ਼ਾਂ ਉਹ ਹੋਣਗੀਆਂ ਉੱਥੇ, ਜਾਂ ਤੁਹਾਨੂੰ ਲੱਗਦਾ ਹੈ ਕਿ ਜਦੋਜਹਿਦ ਕਰਨੀ ਪਊਗੀ ਜੇ ਸਰਕਾਰੀ ਕਾਲਜ ਚਲੇ ਵੀ ਜਾਂਦੇ ਹੋ? ਦੇਖੋ, ਜਿੰਨੇ ਕ ਪ੍ਰਬੰਧ ਅਸੀਂ ਹੁਣ ਤੱਕ ਦੇਖੇ ਨੇ, ਤਾਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਸਰਕਾਰੀ ਕਾਲਜਾਂ ਦੇ ਵਿੱਚ ਸਰਕਾਰਾਂ ਦੀ ਅਣਦੇਖੀ ਕਰਕੇ ਬਹੁਤ ਸਹੂਲਤਾਂ ਦੀ ਘਾਟ ਆ। ਬਹੁਤ ਥੋੜੇ ਸਰਕਾਰੀ ਕਾਲਜ ਹੋਣਗੇ ਜਿੱਥੇ ਤੁਹਾਨੂੰ ਸਹੀ ਲੈਬੋਰਟਰੀ ਦਾ ਐਨਵਾਇਰਨਮੈਂਟ ਮਿਲੂਗਾ, ਨਹੀਂ ਤਾਂ ਗੱਲ ਇਹੀ ਆ ਕਿ ਸਾਨੂੰ ਉੱਥੇ ਜਾ ਕੇ ਉਹ ਸਾਰੀਆਂ ਚੀਜ਼ਾਂ ਕ੍ਰੀਏਟ ਹੀ ਕਰਨੀਆਂ ਪੈਣਗੀਆਂ। ਜਾਂ ਫਿਰ ਅਗਰ ਇਹ ਸਰਕਾਰਾਂ ਇਸ ਚੀਜ਼ ਵੱਲ ਧਿਆਨ ਦਿੰਦੀਆਂ ਨੇ, ਕਿਉਂਕਿ ਸਮੇਂ-ਸਮੇਂ ਤੇ ਗ੍ਰਾਂਟਾਂ ਇਸ਼ੂ ਕਰਕੇ ਇਹਨਾਂ ਕਾਲਜਾਂ ਨੂੰ ਬਚਾਇਆ ਜਾ ਸਕਦਾ। ਤੁਸੀਂ ਇਹ ਦੇਖੋ ਵੀ ਕਾਲਜ, ਯੂਨੀਵਰਸਿਟੀਆਂ ਸਾਰੇ ਘਾਟੇ 'ਚ ਚੱਲ ਰਹੇ ਨੇ, ਉਹਦਾ ਕਾਰਨ ਇਹ ਹੈ ਕਿ ਸਰਕਾਰ ਉਹਨਾਂ ਨੂੰ ਸਮੇਂ-ਸਮੇਂ ਤੇ ਗ੍ਰਾਂਟਾਂ ਜਿਹੜੀਆਂ ਇਸ਼ੂ ਨਹੀਂ ਕਰਦੀ। ਜੇ ਸਰਕਾਰ ਇਸ ਚੀਜ਼ ਵੱਲ ਧਿਆਨ ਦੇਊਗੀ ਤਾਂ ਅਫਕੋਰਸ ਹੀ ਜਿਹੜਾ ਇਹ ਪ੍ਰਬੰਧ ਆ ਉਹ ਸੁਧਰੂਗਾ ਜ਼ਰੂਰ, ਔਰ ਸਰਕਾਰੀ ਕਾਲਜਾਂ ਦੇ ਵਿੱਚ ਸਹੂਲਤਾਂ ਅਸੀਂ ਪੈਦਾ ਕਰ ਸਕਦੇ ਜੀ। ਕਮਲਜੀਤ ਜੀ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਭਵਿੱਖ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਤੇ ਨਾਲ ਜਿਹੜੇ ਕਾਲਜਾਂ ਦੇ ਨਾਲ ਸੰਬੰਧਿਤ ਹੋਰ ਸਾਰੇ ਸਟਾਫ ਦੀਆਂ ਸਮੱਸਿਆਵਾਂ ਨੇ ਉਹ ਦਰੁਸਤ ਹੋਣ, ਪ੍ਰਬੰਧ ਚੰਗਾ ਚੱਲੇ, ਵਿਦਿਆਰਥੀਆਂ ਨੂੰ ਚੰਗੀ ਐਜੂਕੇਸ਼ਨ ਮਿਲੇ, ਪੰਜਾਬ ਅਗਲੇ ਪਾਸੇ ਨੂੰ ਵਧੇ। ਤੇ ਪ੍ਰਾਈਮ ਏਸ਼ੀਆ ਟੀਵੀ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਨੇ ਜੀ। ਭਵਿੱਖ ਦੇ ਵਿੱਚ ਕਦੇ ਵੀ ਦੁਬਾਰਾ ਵਾਰਤਾਲਾਪ ਕੋਈ ਕਰਨੀ ਹੋਏ ਤਾਂ ਤੁਸੀਂ ਹਾਕ ਮਾਰ ਸਕਦੇ ਹੋ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਧੰਨਵਾਦ ਸਰ। ਪਰ ਇੱਕ ਗੱਲ ਮੈਂ ਜ਼ਰੂਰ ਇੱਥੇ ਸਪਸ਼ਟ ਕਰਨੀ ਚਾਹੂੰਗੀ, ਜਿਹੜਾ ਇਸ ਸਮੇਂ ਕੋਰਟ ਦੇ ਵਿੱਚ ਸਾਡੀ ਭਰਤੀ ਦਾ ਮਸਲਾ ਚੱਲ ਰਿਹਾ, ਉਹ ਇਸ ਗੱਲ ਨੂੰ ਲੈ ਕੇ ਚੱਲ ਰਿਹਾ ਕਿ ਇਹ ਭਰਤੀ ਪੀਪੀਐਸਸੀ ਦੇ ਥਰੂ ਕਿਉਂ ਨਹੀਂ ਹੋਈ, ਜਾਂ ਇਸ ਭਰਤੀ ਨੂੰ ਕੱਢਣ ਲੱਗੇ ਕਿਹੜੀ ਕਮੇਟੀ ਬਣਾਈ ਗਈ ਜਾਂ ਕਿਹੜੀ ਕਮੇਟੀ ਭੰਗ ਕੀਤੀ ਗਈ, ਕਿਹੜੇ ਨਿਯਮਾਂ ਨੂੰ ਫੋਲੋ ਕੀਤਾ ਗਿਆ ਜਾਂ ਕਿਹਨਾਂ ਨੂੰ ਨਹੀਂ ਕੀਤਾ ਗਿਆ। ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਇਸ਼ਤਿਹਾਰ ਨਿਕਲਣ ਤੋਂ ਪਹਿਲਾਂ ਦੀਆਂ ਹੁੰਦੀਆਂ ਨੇ। ਇਹ ਜਿਹੜੀਆਂ ਤਕਨੀਕੀ ਖਾਮੀਆਂ ਨੇ, ਇਹਨਾਂ ਨੂੰ ਸਰਕਾਰੀ ਮਹਿਕਮੇ ਦੁਆਰਾ ਇਸ਼ਤਿਹਾਰ ਕੱਢਣ ਤੋਂ ਪਹਿਲਾਂ ਦਰੁਸਤ ਕੀਤਾ ਜਾਣਾ ਚਾਹੀਦਾ। ਇਹਦੇ ਵਿੱਚ ਚੁਣੇ ਗਏ ਉਮੀਦਵਾਰਾਂ ਦਾ ਕੋਈ ਕਸੂਰ ਨਹੀਂ। ਹੁਣ ਪੰਜਾਬ ਦੀ ਜਿਹੜੀ ਨੌਜਵਾਨੀ ਆ, ਉੱਚ ਯੋਗਤਾ ਪ੍ਰਾਪਤ ਕਰਨ ਤੋਂ ਬਾਅਦ ਸਾਲਾਂ ਬਾਅਦ ਭਰਤੀਆਂ ਨਿਕਲਣ ਦਾ ਇੰਤਜ਼ਾਰ ਕਰਦੀ ਆ। ਕਿ ਪੰਜਾਬ ਦੇ ਨੌਜਵਾਨ ਹੁਣ ਇਹ ਵੀ ਦੇਖਣ ਵੀ ਜਿਹੜਾ ਇਸ਼ਤਿਹਾਰ ਨਿਕਲਿਆ ਉਹਦੇ 'ਚ ਕਿਹੜੇ ਨਿਯਮ ਫੋਲੋ ਕੀਤੇ ਗਏ ਆ ਜਾਂ ਨਹੀਂ ਕੀਤੇ ਗਏ, ਜਾਂ ਜਿਹੜੀ ਭਰਤੀ ਦਾ ਇਸ਼ਤਿਹਾਰ ਨਿਕਲਿਆ ਉਹ ਕਿੰਨੀ ਕੁ ਵੈਲਿਡ ਆ, ਕਿੰਨੀ ਕੁ ਨਹੀਂ। ਇਹ ਸਾਡਾ ਕੰਮ ਨਹੀਂ, ਇਹ ਚੁਣੇ ਹੋਏ ਉਮੀਦਵਾਰਾਂ ਦਾ ਕੰਮ ਨਹੀਂ। ਉਹਨਾਂ ਦਾ ਕੰਮ ਭਰਤੀ ਨਿਕਲਣ ਤੋਂ ਬਾਅਦ ਲਿਖਤੀ ਪ੍ਰੀਖਿਆ ਨੂੰ ਪਾਸ ਕਰਕੇ ਆਪਣੀ ਜਿਹੜੀ ਯੋਗਤਾ ਹੈ ਉਹਨੂੰ ਸਿੱਧ ਕਰਨਾ ਹੈ। ਸੋ ਇਸ ਕਰਕੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਕਿਹੜੀ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ? ਉਹ ਸਾਰੇ ਆਪਣੀਆਂ ਨੌਕਰੀਆਂ ਛੱਡ ਕੇ ਬੈਠੇ ਨੇ। ਅਸੀਂ ਸਾਰੇ ਬਿਨਾਂ ਤਨਖਾਹਾਂ ਤੋਂ ਪਿਛਲੇ 6 ਮਹੀਨਿਆਂ ਤੋਂ ਇਹਨਾਂ ਦਾ ਕੰਮ ਵੀ ਕਰ ਰਹੇ ਹਾਂ। ਉਚੇਰੀ ਸਿੱਖਿਆ ਮਹਿਕਮਾ ਸਾਡੇ ਤੋਂ ਕੰਮ ਵੀ ਲੈ ਰਿਹਾ, ਪਰ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਉਹ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਰਕੇ ਸਾਡਾ ਜਿਹੜਾ ਆਰਥਿਕ ਤੇ ਮਾਨਸਿਕ ਤਣਾਅ ਆ ਉਹ ਵੱਧ ਰਿਹਾ। ਜੀ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ। ਸ਼ੁਕਰੀਆ ਜੀ। ਸੋ ਮੈਡਮ ਕਮਲਜੀਤ ਕੌਰ ਹੋਰੀ ਜੁੜੇ ਸੀ। 1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਦਾ ਮਸਲਾ 4 ਮਹੀਨੇ ਹੋ ਗਿਆ,
ਰਿੜਕ ਹੋ ਰਿਹਾ, ਕਿਸੇ ਪਾਸੇ ਨਹੀਂ ਲੱਗਾ। ਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਨੌਜਵਾਨ ਜਿਹੜੇ ਕੁਆਲੀਫਾਈਡ ਨੇ, ਜਿਹੜੇ ਯੋਗਤਾ ਪ੍ਰਾਪਤ ਨੇ, ਉਹਨਾਂ ਦਾ ਮਸਲਾ ਜਿਹੜਾ ਉਹ ਹੱਲ ਜ਼ਰੂਰ ਹੋਵੇ, ਕਿਉਂਕਿ ਉਹ ਪੜ੍ਹਾਉਣਗੇ ਤਾਂ ਹੀ ਬੱਚੇ ਪੜ੍ਹਨਗੇ। ਸਰਕਾਰੀ ਪੱਧਰ ਉੱਪਰ ਨੂੰ ਉੱਠੂਗਾ, ਜਿਹੜੇ ਵਿੱਤੀ ਤੌਰ ਦੇ ਉੱਤੇ ਕਮਜ਼ੋਰ ਪਰਿਵਾਰ ਨੇ ਉਹਨਾਂ ਦੇ ਉੱਤੇ ਫਿਰ ਬੋਝ ਘਟੂਗਾ ਕਿ ਭਾਈ ਸਰਕਾਰੀ ਕਾਲਜਾਂ ਦੇ ਵਿੱਚ ਚੰਗੀ ਐਜੂਕੇਸ਼ਨ ਹੈ, ਚੰਗੀ ਸਿੱਖਿਆ ਮਿਲਦੀ ਹੈ, ਉੱਥੇ ਸਾਡਾ ਬੱਚਾ ਪੜ੍ਹ ਲੂਗਾ, ਬਹੁਤੇ ਪੈਸੇ ਨਹੀਂ ਲੱਗਣਗੇ, ਬੱਚਾ ਪੜ੍ਹਨੋਂ ਨਹੀਂ ਘੱਟੋ ਘੱਟ ਰਹੂਗਾ। ਉਮੀਦ ਕਰਦੇ ਹਾਂ ਕਿ ਇਸ ਮਸਲੇ ਦਾ ਹੱਲ ਛੇਤੀ ਤੋਂ ਛੇਤੀ ਹੋਵੇ।